ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਕਿਸਾਨਾਂ ਦਾ 5ਵੇਂ ਦਿਨ ਦਾ ਸੰਘਰਸ਼ ਵੀ ਜਾਰੀ ਰਿਹਾ। ਇਸ ਮੌਕੇ ਕਈ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਤੇ ਕਿਸਾਨਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ। 5ਵੇਂ ਦਿਨ ਦੇ ਸੰਘਰਸ਼ ਦੀ ਪੂਰੀ ਤਸਵੀਰ ਇਸ ਖਾਸ ਰਿਪੋਰਟ ਰਾਹੀਂ। ਦਿੱਲੀ ਹਰਿਆਣਾ ਬਾਰਡਰਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਧਰਨਾ ਅੱਜ 5ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਧਰਨਾ ਚੁੱਕਣ ਤੋਂ ਮਨਾ ਕਰ ਦਿੱਤਾ। ਕਿਸਾਨਾਂ ਵੱਲੋਂ ਦੇਸ਼ ਦੀ ਰਾਜਧਾਨੀ 'ਚ ਦਾਖਲ ਹੋਣ ਦੇ ਸਾਰੇ ਰਸਤਿਆਂ ਨੂੰ ਬਲੌਕ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਬੁਗਾੜੀ ਮੈਦਾਨ ਦੇ ਵਿੱਚ ਦਾਖਲ ਹੋਣ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਉਹ ਸਰਹੱਦਾਂ ਤੇ ਹੀ ਡਟੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਨੂੰ ਜਾਣ ਵਾਲੀਆਂ ਹੋਰ ਸੜਕਾਂ ਨੂੰ ਵੀ ਜਾਮ ਕਰ ਦੇਣਗੇ। ਉੱਥੇ ਹੀ ਧਰਨੇ 'ਚ ਸ਼ਾਮਿਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਸਾਰੇ ਸਿਆਸਤਦਾਨਾਂ ਨੂੰ ਕਿਸਾਨਾਂ ਦੇ ਨਾਲ ਖੜਨ ਦੀ ਅਪੀਲ ਕੀਤੀ ਹੈ। ਖਹਿਰਾ ਨੇ ਕਿਹਾ ਹੈ ਕਿ ਜੇਕਰ ਸਾਰਿਆਂ ਦਾ ਇਕੱਠ ਹੁੰਦਾ ਹੈ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਹਰਾ ਨਹੀਂ ਸਕਦੀ। ਉਹਨਾਂ ਕਿਹਾ ਕਿ ਫਿਰ ਕਿਸਾਨਾਂ ਦਾ ਸੰਘਰਸ਼ ਤੇ ਮੰਗਾਂ ਵੀ ਅਣਦੇਖੀਆਂ ਨਹੀਂ ਕੀਤੀਆਂ ਜਾਣਗੀਆਂ। ਦੋਸਤੋ, ਇਸ ਵਕਤ ਅਸੀਂ ਸਾਰੇ ਕਿਸਾਨ ਮੋਰਚੇ ਤੇ ਕੁੰਡਲੀ ਬਾਰਡਰ ਬੈਠੇ ਆ। ਮੇਰੇ ਪਿੱਛੇ ਝੰਡਾ ਦਿਸ ਰਿਹਾ ਤੁਹਾਨੂੰ ਕਿਸਾਨ ਯੂਨੀਅਨ ਦਾ। ਅੱਜ ਸਾਰੇ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਆਗੂ ਬੀਜੇਪੀ ਨੂੰ ਛੱਡ ਕੇ ਜਿੰਨੇ ਐਮਐਲਏ ਜਿੰਨੇ ਮੈਂਬਰ ਪਾਰਲੀਮੈਂਟ ਅੱਜ ਇਸ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ। ਜੇ ਆਪਾਂ ਸਾਰੇ ਇੱਥੇ ਇਕੱਠੇ ਹੋ ਜਾਈਏ ਨਾ ਇੱਕ ਥੱਲੇ ਤੇ ਆਪਣਾ ਏਕਾ ਬਣ ਜਾਏ, ਕੋਈ ਤਾਕਤ ਨਹੀਂ ਦੁਨੀਆ ਦੀ ਜਿਹੜੀ ਇਸ ਸੰਘਰਸ਼ ਨੂੰ ਤੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਾ ਕਰੇ। ਔਰ ਇਹਨਾਂ ਨੇ ਤਾਂ ਮੁੱਢ ਬੰਨ੍ਹ ਦਿੱਤਾ, ਇਸ ਝੰਡੇ ਨੇ ਤੇ ਕਿਸਾਨ ਜਥੇਬੰਦੀਆਂ ਨੇ ਤੇ ਨੌਜਵਾਨਾਂ ਨੇ ਮੁੱਢ ਬੰਨ੍ਹ ਦਿੱਤਾ ਪੰਜਾਬ ਦੇ ਇਸ ਇੱਕ ਵੱਡੇ ਏਕੇ ਦਾ। ਤੁਸੀਂ ਦੇਖੋ, ਪੰਜਾਬ 'ਚੋਂ ਸਰਦੀ ਦੀ ਰੁੱਤ ਵਿੱਚ ਪਾਣੀ ਦੀ ਬੁਛਾੜਾਂ, ਵੱਡੇ ਵੱਡੇ ਬੈਰੀਕੇਡ, ਵੱਡੇ ਵੱਡੇ ਪੱਥਰ ਲਾਏ ਸੀਗੇ, ਟੇਅਰ ਗੈਸ ਸੁੱਟੇ ਤੇ ਬਹਾਦਰ ਪੰਜਾਬੀ ਜਿਹੜੇ ਸੀ ਕਿਸਾਨ ਤੇ ਨੌਜਵਾਨ ਤੇ ਹਰ ਵਰਗ ਦੇ ਲੋਕ ਉਹ ਇੱਥੇ ਬੈਠੇ ਨੇ ਆਣ ਕੇ। ਔਰ ਜਦੋਂ ਪੋਲੀਟੀਕਲ ਪਾਰਟੀਆਂ ਅਲੱਗ ਝੰਡਾ ਆਪਣਾ ਲਾ ਕੇ ਤੁਸੀਂ ਪ੍ਰੋਗਰਾਮ ਕਰਦੇ ਹੋ ਤਾਂ ਇਸ ਝੰਡੇ ਨੂੰ ਕਮਜ਼ੋਰ ਕਰ ਰਹੇ ਆਪਾਂ। ਜੇ ਇਹ ਝੰਡਾ ਹੀ ਨਾ ਰਿਹਾ, ਜਿੱਦਾਂ ਬੈਠੇ ਸਾਰੇ ਕਿਸਾਨਾਂ ਨਾਲ ਅਸੀਂ ਇੱਕ ਪੰਚਾਇਤ ਲਾਈ ਆ ਜਿੱਥੇ ਮੈਂ ਤੁਹਾਡੇ ਨਾਲ ਸਭ ਨਾਲ ਗੱਲ ਕਰਾਉਂਗਾ, ਤੇ ਇਹ ਕਹਿੰਦੇ ਜੇ ਕਿਸਾਨੀ ਨਾ ਬਚੀ ਤੇ ਪੰਜਾਬ ਬਚ ਜਾਊਗਾ, ਕਿਉਂਕਿ ਪੰਜਾਬ ਦੀ ਕੁੱਲ ਟੋਟਲ ਇਕਨੋਮੀ ਪੰਜਾਬ ਦੀ ਖੇਤੀ ਦੇ ਆਧਾਰਿਤ ਆ। ਜੇ ਖੇਤੀ ਬਚੂਗੀ ਤਾਂ ਅਸੀਂ ਬਚਾਂਗੇ। ਜਦੋਂ ਦੀ ਖੇਤੀ ਡਾਊਨ ਜਾ ਰਹੀ ਆ ਪਿਛਲੇ ਕੁਝ ਦਹਾਕਿਆਂ ਤੋਂ, ਸਾਡੇ ਲੱਖਾਂ ਲੋਕ ਦੇਸ਼ ਹੀ ਛੱਡ ਕੇ ਭੱਜ ਗਏ ਨੇ ਕਿਉਂਕਿ ਭਵਿੱਖ ਨਹੀਂ ਦਿਸਦਾ ਉਹਨਾਂ ਨੂੰ। ਸਾਡੇ ਮੇਰਾ ਖਿਆਲ ਹੈ ਬਹੁਤ ਵੱਡੀ ਗਿਣਤੀ ਵਿੱਚ ਪੜ੍ਹਿਆ ਲਿਖਿਆ ਨੌਜਵਾਨ ਵਰਗ ਜਿਸ ਨੇ ਸੂਬੇ ਨੂੰ ਚਲਾਉਣਾ ਸੀ, ਜਿਹਨੂੰ ਆਪਾਂ ਹਿਊਮਨ ਰਿਸੋਰਸ ਕਹਿੰਦੇ ਆ, ਉਹ ਵਿਦੇਸ਼ਾਂ ਨੂੰ ਭੱਜ ਕੇ ਜਾਣ ਲੱਗੇ। ਨਾਲ ਹਰ ਬੱਚਾ 20 25 ਲੱਖ ਰੁਪਏ ਲੈ ਕੇ ਗਿਆ, ਪਤਾ ਨਹੀਂ ਕਿੰਨੇ ਲੱਖ ਕਰੋੜ ਰੁਪਏ ਪੰਜਾਬ ਦਾ ਉਦਾਂ ਹੀ ਨਿਕਲ ਗਿਆ ਇੱਥੋਂ ਬਾਹਰ। ਇਸ ਨੂੰ ਕਹਿੰਦੇ ਨੇ ਪੰਜਾਬ ਦਾ ਜਾਂ ਕਿਸੇ ਸੂਬੇ ਦਾ ਜਦੋਂ ਘਾਣ ਹੋਣਾ ਹੁੰਦਾ ਇਦਾਂ ਹੀ ਘਾਣ ਹੁੰਦਾ ਵਾ। ਇਸ ਲਈ ਇਹਦੀ ਲੜਾਈ ਲੜ ਰਹੇ ਜਿਹੜੇ ਨੇ ਕਿਸਾਨ ਜਥੇਬੰਦੀਆਂ। ਅਸੀਂ ਤਾਂ ਆ ਜਿੰਨੇ ਵੀ ਅਸੀਂ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਨੇ, ਅਸੀਂ ਤਾਂ ਇਹਨਾਂ ਦੇ ਵਿੱਚ ਆਣ ਕੇ ਇਹਨਾਂ ਦੀ ਮਦਈ ਪਹਿਲਾਂ ਵੀ ਸੀਗੇ, ਗਾਂ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਠੋਕ ਵਜਾ ਕੇ ਰਵਾਂਗੇ। ਮੋਦੀ ਨੂੰ ਇਹੀ ਕਹਿ ਸਕਦੇ ਆ, ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਦੀ ਸਰਕਾਰ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਹੱਕੀ ਮੰਗਾਂ, ਇਹ ਕੋਈ ਆਸਾਨ ਨਹੀਂ ਮੰਗ ਰਹੇ ਇਸ ਦੇਸ਼ ਤੋਂ। ਇਹ ਜੋ ਦੇਸ਼ ਵਿੱਚ ਯੋਗਦਾਨ ਪਾਇਆ, ਚਾਹੇ ਉਹ ਅਨਾਜ ਵਿੱਚ ਪਾਇਆ, ਚਾਹੇ ਖੇਡਾਂ 'ਚ ਪਾਇਆ, ਚਾਹੇ ਫੌਜ ਵਿੱਚ ਪਾਇਆ, ਚਾਹੇ ਆਜ਼ਾਦੀ ਦੀ ਲੜਾਈ ਵਿੱਚ ਪਾਇਆ, ਚਾਹੇ ਪਾਕਿਸਤਾਨ ਦੇ ਉਜਾੜੇ ਤੇ ਪਾਇਆ, ਅਸੀਂ ਤਾਂ ਉਹਦਾ ਇਵਜ਼ ਮੰਗਦੇ ਆ। ਆਪਣੀ ਫਸਲਾਂ ਦਾ ਭਾਅ ਮੰਗਦੇ ਆ। ਸਾਡੀਆਂ ਫਸਲਾਂ ਦੇ ਭਾਅ ਪਿਛਲੇ 40-50 ਸਾਲ ਤੋਂ ਜਿੰਨੇ ਮਿਥਣੇ ਚਾਹੀਦੇ ਸੀਗੇ ਉਹ ਮਿਥੇ ਨਹੀਂ ਗਏ। ਤਾਈਓ ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ਈ ਆਤਮ ਹੱਤਿਆ, ਕਿਸ ਦਾ ਦਿਲ ਕਰਦਾ ਆਤਮ ਹੱਤਿਆ ਕਰਨ ਨੂੰ। ਦਿੱਲੀ ਵਿੱਚ ਬਾਰਡਰਾਂ ਤੇ ਧਰਨੇ ਲਗਾ ਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਹੁਣ ਪੰਜਾਬੀ ਸਿੰਗਰ ਵੀ ਆਉਣ ਲੱਗੇ ਨੇ। ਕੁਝ ਪੰਜਾਬੀ ਗਾਇਕ ਦਿੱਲੀ ਪੁੱਜੇ, ਜਿਨ੍ਹਾਂ ਵਿੱਚ ਬੱਬੂ ਮਾਨ, ਸਿੱਧੂ ਮੂਸੇਵਾਲਾ, ਦਿਲਪ੍ਰੀਤ ਢਿੱਲੋਂ ਵਰਗੇ ਕਲਾਕਾਰ ਸ਼ਾਮਿਲ ਨੇ। ਦਿਲਪ੍ਰੀਤ ਢਿੱਲੋਂ ਖਾਲਸਾ ਏਡ ਦੇ ਨਾਲ ਸੇਵਾਦਾਰ ਵਜੋਂ ਉੱਥੇ ਪਹੁੰਚੇ, ਜਿੱਥੇ ਉਹਨਾਂ ਬਿਆਨ ਦਿੰਦੇ ਹੋਏ ਕਿਹਾ ਕਿ ਥੋੜੇ ਦਿਨ ਦੀ ਗੱਲ ਹੈ, ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣੀ ਪਵੇਗੀ।
ਆਪਾਂ ਪਹਿਲੇ ਦਿਨ ਤੋਂ ਦੇਖ ਲਈਏ ਤੇ ਅੱਜ 5ਵੇਂ ਦਿਨ ਤੱਕ ਦੇਖ ਲਈਏ, ਦਿਨੋਂ ਦਿਨ ਵਧੇ ਰਿਹਾ ਤੇ ਮਤਲਬ ਜੋ ਵੀ ਲੋਕ ਹੋਰ ਜੁੜ ਰਹੇ ਆ, ਜਿਹੜੇ ਪੰਜਾਬ 'ਚ ਪਹਿਲਾਂ ਬੈਠੇ ਆ, ਉਹ ਵੀਡੀਓ ਦੇਖ ਕੇ ਹੋਰ ਪਹੁੰਚ ਰਹੇ ਆ, ਹਨਾ। ਮਤਲਬ ਬਾਕੀ ਕਲਾਕਾਰ ਪਹੁੰਚਣ ਲੱਗੇ ਜੀ, ਉਹਨਾਂ ਦੇ ਸੱਦੇ ਨਾਲ ਕਲਾਕਾਰ ਸਾਰਾ ਭਾਈਚਾਰਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜਾ, ਕਿਉਂਕਿ ਆਪ ਕਿਸਾਨਾਂ ਦੇ ਪੁੱਤ ਆ। ਤੇ ਮੇਰੇ ਹਿਸਾਬ ਨਾਲ ਬਸ ਥੋੜੇ ਦਿਨਾਂ ਦੀ ਗੱਲ ਆ, ਜਿੰਦਾਬਾਦ ਕਰ ਦੇਣਾ ਕੰਮ। ਅਮਿਤ ਸ਼ਾਹ ਮੀਟਿੰਗ ਹਾਈ ਲੈਵਲ ਦੀ ਕਰਦੇ ਨੇ ਕੱਲ, ਹੁਣ ਮੀਟਿੰਗ ਦੀ ਵੀ ਤੈਅ ਹੋ ਗਿਆ, ਕਿਸਾਨਾਂ ਨਾਲ ਮੀਟਿੰਗ ਦਾ ਵੀ ਤੈਅ ਹੋ ਗਿਆ ਕਿ ਕਿਸਾਨਾਂ ਨਾਲ ਵੀ ਕੱਲ ਮੀਟਿੰਗ ਹੋਏਗੀ, ਗੱਲਬਾਤ ਹੋਏਗੀ। ਪਹਿਲਾਂ 3 ਦਸੰਬਰ ਨੂੰ ਪਹਿਲਾਂ ਹੋਣੀ 3 ਤੋਂ ਲੈ ਕੇ ਹੁਣ ਇੱਕ ਤੱਕ ਪਹੁੰਚ ਗਈ, ਫਿਰ ਕੰਮ ਜਿੰਦਾਬਾਦ ਹੀ ਹੋ ਰਿਹਾ ਨਾ ਜੀ। ਤਾਂ ਕਰਕੇ ਇਹ ਮੇਰੇ ਹਿਸਾਬ ਨਾਲ ਬਈ ਹਲੇ ਵੀ ਜੋ ਲੋਕ ਹੋਰ ਜੁੜੀ ਜਾਣੇ ਆ ਦਿਨ ਬਾਏ ਦਿਨ, ਤੇ ਥੋੜੇ ਦਿਨਾਂ ਦੀ ਗੱਲ ਆ, ਤੁਹਾਡੇ ਸਾਹਮਣੇ ਹੀ ਆ ਜੀ। ਪਹਿਲਾਂ ਸੈਕਟਰੀ ਲੈਵਲ ਤੇ ਮੀਟਿੰਗ ਹੋ ਰਹੀ ਸੀ ਕਿਸਾਨਾਂ ਦੀ, ਫਿਰ ਉਸ ਤੋਂ ਬਾਅਦ ਇੱਕ ਮੰਤਰੀ ਤੇ ਗੱਲ ਆਈ, 2 ਮੰਤਰੀਆਂ ਤੇ ਗੱਲ ਹੋਈ। ਹੁਣ ਅਮਿਤ ਸ਼ਾਹ ਇਸ ਦੇ ਵਿੱਚ ਇੰਟਰਫੇਅਰ ਕਰ ਰਹੇ ਨੇ ਕਿ ਮੈਂ ਇਸ ਗੱਲਬਾਤ ਨੂੰ ਮੁਕਾਉਂਗਾ। ਲੱਗਦਾ ਕਿ ਪ੍ਰਧਾਨ ਮੰਤਰੀ ਤੱਕ ਵੀ ਜਲਦੀ ਪਹੁੰਚ ਜਾਣਾ, ਪ੍ਰਧਾਨ ਮੰਤਰੀ ਨੂੰ ਆਉਣਾ ਪੈਣਾ। ਪਹੁੰਚ ਹੀ ਜਾਣਾ ਜੀ। ਮੇਨ ਚੱਕਰ ਐਡਾ ਵੱਡਾ ਇਕੱਠ, ਐਡਾ ਹਿਸਟੋਰਿਕ ਪ੍ਰੋਟੈਸਟ ਤੇ ਇਹਨਾਂ ਪੀਸਫੁਲ ਪ੍ਰੋਟੈਸਟ ਪਹਿਲੀ ਵਾਰ ਹੋ ਰਿਹਾ, ਮਤਲਬ ਜਿਹਦੇ 'ਚ ਕਿਸੇ ਨੂੰ ਕੋਈ ਤੰਗੀ ਨਹੀਂ, ਥਾਂ ਥਾਂ ਤੇ ਲੰਗਰ ਲੱਗੇ ਆ। ਪੰਜਾਬੀ ਤੇ ਮਤਲਬ ਕੌਮ ਪਹਿਲੇ ਦਿਨ ਤੋਂ ਹੀ ਲੰਗਰ ਲਾਉਂਦੇ ਆਇਆ ਜੀ, ਹਨਾ। ਹਰਿਆਣਾ ਨਾਲ ਜੁੜਿਆ ਹੋਇਆ, ਸਾਰੇ ਬਾਕੀ ਹੋਰ ਸਟੇਟਾਂ ਦੇ ਵੀ ਭਰਾ ਜਿਹੜੇ ਵੀ ਪਹੁੰਚੇ ਆ, ਤੇ ਮੇਰੇ ਹਿਸਾਬ ਨਾਲ ਮਤਲਬ ਬਸ ਫਤਿਹ ਆ ਜੀ ਹੁਣ ਤੱਕ। ਇਸ ਦੇ ਨਾਲ ਹੀ ਗਾਇਕ ਬਲਰਾਜ ਵੀ ਕਿਸਾਨੀ ਸੰਘਰਸ਼ ਵਿੱਚ ਕਈ ਦਿਨਾਂ ਤੋਂ ਨਾਲ ਤੁਰ ਰਹੇ ਨੇ। ਬਿਆਨ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਕਿਸਾਨ ਸਿਰ ਤੇ ਕਫਨ ਬਣ ਕੇ ਆਏ ਨੇ ਤੇ ਹੁਣ ਜਲਦੀ ਹੀ ਮੋਦੀ ਦੀ ਧੌਣ ਵੀ ਮਰੋੜਨਗੇ। ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਆਏ ਆ ਨਾ, ਇਹ ਸਿਰ ਤੇ ਕਫਨ ਬੰਨ ਕੇ ਆਏ ਆ ਤੇ ਲਗਭਗ ਹੁਣ ਕਹਿੰਦੇ ਹੁੰਦੇ ਵੀ ਮੋਦੀ ਦੀ ਧੌਣ ਤੇ ਗੋਡਾ ਰੱਖ ਦਿੱਤਾ, ਬਸ ਹੁਣ ਮਰੋੜਨ ਵਾਲੀ ਕਸਰ ਰਹਿ ਗਈ ਆ। ਇਹ ਮੰਨੇਗੇ ਨਾ, ਮੰਨ ਕੇ ਫਿਰ ਜਿਵੇਂ ਅੰਨਾ ਹਜ਼ਾਰੇ ਨੇ ਕਾਂਗਰਸ ਦੀ ਸਰਕਾਰ ਹਰਾਤੀ ਸੀ ਤਾਂ ਫਿਰ ਰਹਿਣਾ ਇਹ ਵੀ ਹੈ ਮਤਲਬ ਜਿੱਤ ਹਾਸਲ ਕਰਨਗੇ ਪੰਜਾਬ ਦੇ 101%। ਜੇ ਜਿੱਤ ਇਕੱਲੇ ਹੁਣ ਪੰਜਾਬੀਆਂ ਦੀ ਗੱਲ ਨਹੀਂ ਰਹਿ ਗਈ ਜੀ, ਹਰਿਆਣੇ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸੰਘਰਸ਼ ਫੈਲ ਚੁੱਕਾ ਹੈ। ਇਹ ਸੰਘਰਸ਼ ਹੁਣ ਕੋਈ ਨਾ ਕੋਈ ਰੰਗ ਲੈ ਕੇ ਆਏ। ਪੰਜਾਬ 'ਚੋਂ ਇੱਕ ਵਾਵਰੋਲਾ ਬਣਿਆ, ਹੁਣ ਪੂਰੇ ਦੇਸ਼ ਦੇ ਕਿਸਾਨ ਜਾਗੇ ਹੋਏ ਨੇ। ਯੂਪੀ, ਬਿਹਾਰ, ਹਰਿਆਣਾ, ਬਾਕੀ ਕੁਝ ਜ਼ਿਲ੍ਹਿਆਂ ਦੇ ਵੀ ਕਿਸਾਨ, ਸਟੇਟਾਂ ਦੇ ਵੀ ਕਿਸਾਨ ਲਗਾਤਾਰ ਉੱਠ ਖੜੇ ਨੇ। ਦਿੱਲੀ ਨੂੰ ਚਾਰੇ ਪਾਸੋਂ ਘੇਰਾ ਪੈ ਚੁੱਕਿਆ। ਲੱਗਦਾ ਕਿ ਦਿੱਲੀ ਦੀ ਧੌਣ ਤੇ ਗੋਡਾ ਰੱਖ ਲਿਆ ਹੈ ਕਿਸਾਨਾਂ ਨੇ। ਬਿਲਕੁਲ ਜੀ, ਰੋਕਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਹੋਈਆਂ। ਦੇਖੋ ਕਹਿੰਦੇ ਹੁੰਦੇ ਆ ਬਈ ਖੱਟੜ ਸਰਕਾਰ ਨੇ ਜਾਂਦੇ ਜਾਂਦੇ ਕਲੰਕ ਹੀ ਖੱਟ ਲਿਆ। ਬਈ ਦੇਖੋ ਜਿਹੜੇ ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨ 2 ਮਹੀਨਿਆਂ ਤੋਂ ਲੱਗੇ ਹੋਏ ਸੀ, ਉਹਨਾਂ ਦੇ ਉੱਤੇ ਡਾਂਗਾ ਚਲਾ ਕੇ, ਪਾਣੀ ਦੀਆਂ ਵਿਛਾੜਾਂ ਸੱਟ ਕੇ, ਆਂਸੂ ਗੈਸ ਦੇ ਗੋਲੇ ਸੱਟ ਕੇ ਸਾਰਾ ਬੇੜਾ ਕਰਕੇ ਕਰ ਲਿਆ। ਤੇ ਫਿਰ ਅੱਜ ਕੀ ਖੱਟਿਆ ਉਹਨੇ? ਅੱਜ ਦੇਖੋ ਸਾਰੀ ਦੁਨੀਆ ਦੇ ਵਿੱਚ ਖੱਟੜ ਸਰਕਾਰ ਦੀ ਤੇ ਮੋਦੀ ਸਰਕਾਰ ਦੀ ਥੂ-ਥੂ ਹੋਣ ਡਈ ਆ। ਇਹ ਉਹ ਲੋਕ ਸੀ ਜਿਹੜੇ ਮਰ ਵੀ ਸਕਦੇ ਤੇ ਮਾਰ ਵੀ ਸਕਦੇ ਆ, ਪਰ ਇਹ ਸਾਰੇ ਸ਼ਾਂਤੀ ਦੇ ਨਾਲ ਆਏ ਸੀ ਤੇ ਆਪਣਾ ਹੱਕ ਦੀ ਰਾਖੀ ਕਰਨਾ, ਹੱਕ ਦੇ ਲਈ ਆਵਾਜ਼ ਬੁਲੰਦ ਕਰਨਾ ਸਾਡਾ ਮੌਲਿਕ ਅਧਿਕਾਰ ਆ। ਤੇ ਜੇ ਅਸੀਂ ਉਸ ਅਧਿਕਾਰ ਨੂੰ ਨਾ ਵਰਤਾਂਗੇ, ਇਹ ਤਾਂ ਸ਼ਾਂਤੀਪੂਰਵਕ ਤਰੀਕੇ ਨਾਲ ਨਹੀਂ ਅਸੀਂ ਪ੍ਰੋਟੈਸਟ ਕਰ ਸਕਦੇ, ਫਿਰ ਕਰ ਕਿੱਦਾਂ ਸਕਦੇ ਆ? ਇਹ ਤਾਂ ਡਿਕਟੇਟਰ ਹੋ ਗਿਆ। ਅਸਲ 'ਚ ਇਹ ਮੋਦੀ ਸਰਕਾਰ ਦੀ ਤੇ ਸੰਘਵਾਦੀ ਜਿਹੜੀ ਸੋਚ ਆ, ਉਹ ਹਿੰਦੁਸਤਾਨ ਦਾ ਬੇੜਾ ਗਰਕ ਕਰਨ ਤੇ ਹੋਈ ਆ। ਇਸ ਸੰਘਵਾਦੀ ਸੋਚ ਤੋਂ ਬਚਣ ਲਈ ਅੱਜ ਇਹ ਹਜੂਮ ਇਕੱਠਾ ਹੋ ਚੁੱਕਾ। ਇਹਦਾ ਰਿਜ਼ਲਟ 100/100 ਆਏਗਾ। ਉੱਥੇ ਹੀ ਪੰਜਾਬੀ ਫੀਮੇਲ ਸਿੰਗਰ ਸਤਵਿੰਦਰ ਬਿੱਟੀ ਨੇ ਕੰਗਨਾ ਰਣੌਤ ਉੱਪਰ ਨਿਸ਼ਾਨੇ ਸਾਧਦੇ ਕਿਹਾ ਕਿ ਕੰਗਨਾ ਦੇ ਇਸ ਬਿਆਨ ਪਿੱਛੇ ਗੰਦੀ ਰਾਜਨੀਤੀ ਹੈ ਤੇ ਜਿਸ ਨੂੰ ਪੰਜਾਬੀਆਂ ਦੇ ਇਤਿਹਾਸ ਬਾਰੇ ਨਹੀਂ ਪਤਾ, ਉਸ ਨੂੰ ਬਿਆਨ ਦੇਣ ਵੇਲੇ ਸੋਚ ਵਿਚਾਰ ਕਰਨਾ ਚਾਹੀਦਾ ਹੈ। ਜਿਹੜੀ ਸਿਆਸਤ ਇੰਨੀ ਭਾਰੀ ਹੋ ਚੁੱਕੀ ਹੈ ਕਿ ਸਾਡੇ ਲੋਕਾਂ ਨੂੰ, ਜਿਨ੍ਹਾਂ ਨੂੰ ਸਾਨੂੰ ਹੱਥ ਜੋੜ ਕੇ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇੱਥੇ ਉਹੀ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਇੱਕ ਪਰਿਵਾਰ ਦਾ ਜਿਹੜਾ ਕੋਈ ਜੀ ਹੈ ਕਿਤੇ ਨਾ ਕਿਤੇ ਕੁਰਬਾਨੀ ਦਿੱਤੀ ਹੈ ਜਿਨ੍ਹਾਂ ਨੇ ਦੇਸ਼ ਲਈ। ਜਿਹਨੇ ਇਹਦੀ ਹਿਸਟਰੀ ਨਹੀਂ ਜਾਣੀ ਉਹਨੂੰ ਕਮੈਂਟ ਕਰਨ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਅਸੀਂ ਇੱਕ ਦੇਸ਼ ਦੇ ਵਾਸੀ ਹਾਂ। ਅੱਜ ਕਈ ਕਲਾਕਾਰ ਮੈਂ ਦੇਖ ਰਹੀ ਸੀ ਔਰ ਜਿਨ੍ਹਾਂ ਨੂੰ ਅਸੀਂ ਪੰਜਾਬੀ ਕਹਿੰਦੇ ਆ, ਉਹ ਤਾਂ ਤੁਸੀਂ ਬੰਬੇ ਰਹਿ ਕੇ ਇਹਦਾ ਮਤਲਬ ਪੰਜਾਬ ਦੀ ਹਿਸਟਰੀ ਭੁੱਲ ਗਏ ਹੈ ਜੀ। ਗੱਲ ਉੱਥੇ ਕਰਨ ਜਾ ਰਿਹਾ ਸੀ ਕਿ ਕੰਗਨਾ ਰਣੌਤ ਨੇ ਜਿਸ ਤਰੀਕੇ ਦਾ ਬਿਆਨ ਦਿੱਤਾ, ਉਹਨਾਂ ਨੇ ਕਿਹਾ 100 ਕਿ ਬਾਰ-ਬਾਰ ਉਹਨਾਂ ਨੂੰ ਪਪੂਲਰ ਨਾ ਕਰੋ, ਕਿਉਂਕਿ ਉਹ ਲੋਕ ਪਪੂਲਰ ਹੋਣ ਦੇ ਹੱਕਦਾਰ ਨਹੀਂ ਹੈ। ਮੈਨੂੰ ਲੱਗਦਾ ਸੀ ਉਹ ਲੜਕੀ ਗੱਲ ਬਾਤ ਕਰਨੀ ਉਹਨਾਂ ਬਾਰੇ ਜ਼ਰੂਰੀ ਆ। ਅਗਰ ਇਸ ਤਰੀਕੇ ਦੇ ਭੱਦੇ ਕਮੈਂਟ ਕੀਤੇ ਜਾ ਰਹੇ ਆ ਤਾਂ ਗੱਲਬਾਤ ਨਹੀਂ। ਮੈਨੂੰ ਲੱਗਦਾ ਸੀ ਉਹ ਇੱਕ ਲੜਕੀ ਹੈ, ਸ਼ਾਇਦ ਉਹਦੇ ਨਾਲ ਧੱਕਾ ਹੋ ਰਿਹਾ, ਪੰਜਾਬੀ ਉਹਨੂੰ ਸਪੋਰਟ ਕਰ ਰਹੀ ਸੀ ਜਦੋਂ ਬੰਬੇ 'ਚ ਬੋਲੀ। ਪਰ ਅੱਜ ਮੈਨੂੰ ਲੱਗਦਾ ਹੈ ਕਿ ਉਹ ਤਾਂ ਸਿਆਸਤ ਖੇਡ ਰਹੀ ਹੈ, ਉਹਨੂੰ ਤਾਂ ਕੋਈ ਪਿੱਛੋਂ ਕਹਿ ਰਿਹਾ ਵੀ ਤੂੰ ਬੋਲ ਪਿਆ, ਲੋਕਾਂ ਦਾ ਤੇਰੇ ਵੱਲ ਧਿਆਨ ਹੋ ਜੂ। ਪਰ ਇਹ ਵਾਲਾ ਮਹਿੰਗਾ ਪਊਗਾ ਸਭ ਨੂੰ ਪੰਗਾ, ਜਿਹਨੇ ਪੰਗਾ ਲੈ ਲਿਆ ਮਹਿੰਗਾ ਪਊਗਾ। ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬੀਆਂ ਦਾ ਹੱਕ ਉਹਨਾਂ ਨੂੰ ਦੇ ਦਿਓ, ਨਹੀਂ ਤਾਂ ਕੇਂਦਰ ਦੀ ਸਰਕਾਰ ਕੋਲੋਂ ਇਹ ਵਹਿਰ ਸੰਭਾਲਿਆ ਨਹੀਂ ਜਾਣਾ।
ਜਿਹੜਾ ਝੂਠ ਤੇ ਜਿਹੜੀ ਸੱਚਾਈ ਹੈ ਉਹਦੇ ਵਿੱਚ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ, ਲੇਕਿਨ ਸੱਚ ਨੂੰ ਆਪਣੇ ਗੋਡੇ ਰਗੜਾਉਣੇ ਜ਼ਰੂਰ ਪੈਂਦੇ ਆ। ਸੋ ਬੜੀ ਛੇਤੀ ਮੈਨੂੰ ਉਮੀਦ ਹੈ ਕਿ ਰਿਅਲਾਈਜ਼ ਹੋਊਗਾ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ, ਪ੍ਰਧਾਨ ਮੰਤਰੀ ਜੀ, ਜਿੱਦਣ ਤੁਸੀਂ ਪਦ ਸੰਭਾਲਿਆ ਸੀ ਤੁਸੀਂ ਸੰਵਿਧਾਨ ਦੀ ਕਿਤਾਬ ਚੱਕ ਕੇ ਕਸਮ ਖਾਧੀ ਸੀ ਕਿ ਮੈਂ ਸੰਵਿਧਾਨ ਦੀ ਇੱਜ਼ਤ ਕਰਾਂਗਾ। ਆਹ ਖਾਕ ਇੱਜ਼ਤ ਤੁਸੀਂ ਕਰ ਰਹੇ ਹੋ। ਪਾਰਲੀਮੈਂਟ ਦੇ ਵਿੱਚ ਤੁਸੀਂ ਇਹ ਗੱਲ ਕਹੀ ਸੀ ਕਿ ਸੰਵਿਧਾਨ ਦੀ ਕਿਤਾਬ ਨੂੰ ਮੈਂ ਕਸਮ ਖਾਨਾ ਕਿ ਮੈਂ ਇਹਦੀ ਇੱਜ਼ਤ ਕਰਾਂਗਾ, ਔਰ ਇਹ ਸੰਵਿਧਾਨ ਉਹ ਹੈ ਜਿਹੜਾ ਸਾਡੇ ਵੱਡ ਵਡੇਰੇ ਨੇ, ਆਪਣੇ ਸਾਰਿਆਂ ਦੇ ਵੱਡ ਵਡੇਰੇ ਨੇ, ਉਹਨਾਂ ਨੇ ਅਹੂਤੀਆਂ ਦੇ ਕੇ ਸੰਵਿਧਾਨ ਨੂੰ ਲਿਖਿਆ। ਸੋ ਮੈਂ ਫੇਰ ਕਹੂੰਗਾ, ਸੰਵਿਧਾਨ ਦੀ ਇੱਜ਼ਤ ਕਰਨਾ ਸਿੱਖੋ। ਜਿਹਦਾ ਜੋ ਹੱਕ ਹੈ ਇਹਨੂੰ ਦੇ ਦਿਓ, ਪੰਜਾਬੀਆਂ ਦਾ ਹੱਕ ਨਾ ਮਾਰੋ। ਪਹਿਲੀ ਗੱਲ, ਪੰਜਾਬ ਨੇ ਤੁਹਾਡਾ ਕੀ ਮਾੜਾ ਕਰਤਾ? ਅਕਿਰਤ ਕੰਨ ਤੁਸੀਂ ਹੋ, ਅਸੀਂ ਨਹੀਂ। ਅਸੀਂ ਕਿਹੜੀ ਗੱਲ ਐਸੀ ਕਰਤੀ ਕਿ ਤੁਸੀਂ ਪੰਜਾਬ ਦੇ ਨਾਲ ਮਤਰੀ ਮਾਂ ਦਾ ਫਰਕ ਸ਼ੁਰੂ ਤੋਂ ਕਰਦੇ ਹੋ? ਸੋ ਮੇਰੀ ਬੇਨਤੀ ਹੈ ਕਿ ਇਸ ਚੀਜ਼ ਨੂੰ ਪਿਆਰ ਨਾਲ ਨਿਪਟਾ ਕੇ, ਅੱਜ ਗੁਰਪੁਰਬ ਹੈ, ਪਾੜ ਕੇ ਆਪਦੇ ਬਿੱਲ ਅੱਜ ਨਹੀਂ ਤਾਂ ਕੱਲ ਤੁਹਾਨੂੰ ਦੇਣੇ ਪੈਣੇ, ਖੁਸ਼ੀ ਆਪਾਂ ਆਪਣੇ ਘਰ ਜਾਈਏ। ਨਹੀਂ ਫਿਰ ਵੈਰ ਪੈ ਜਾਣਾ ਪੰਜਾਬ ਨਾਲ, ਤੇ ਫਿਰ ਜੀ ਇੱਥੋਂ ਸੈਂਟਰ ਦੀ ਸਰਕਾਰ ਤੋਂ ਸੰਭਾਲੇ ਨਹੀਂ ਜਾਣਾ, ਕਿਉਂਕਿ ਉਹ ਕੌਮ ਹੈ ਜਿਹੜੀਆਂ 7 ਪੁਸ਼ਤਾਂ ਤੋਂ ਬਾਅਦ ਵੀ ਜਾ ਕੇ ਬਦਲ ਜਾਣਾ। ਦੂਜੇ ਪਾਸੇ ਯੂਪੀ ਦੇ ਕਿਸਾਨਾਂ ਵੱਲੋਂ ਦਿੱਲੀ ਯੂਪੀ ਬਾਰਡਰ ਵੀ ਸੀਲ ਕਰ ਦਿੱਤਾ ਗਿਆ। ਧਰਨੇ ਲਗਾ ਕੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਰਾਸ਼ਨ ਤੱਕ ਨਾਲ ਲੈ ਕੇ ਆਏ ਨੇ। ਫਿਰ ਚਾਹੇ 3 ਮਹੀਨੇ ਲੱਗਣ ਜਾਂ ਇਸ ਤੋਂ ਵੀ ਵੱਧ, ਉਹ ਆਪਣੇ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਮੁੜਨਗੇ। ਗੱਲਬਾਤ ਵੀ ਕਰਾਂਗੇ। ਸਰ, ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ? ਬਜਨੌਰ ਤੋਂ ਜੀ। ਫਿਰ ਇੱਥੇ ਦਿੱਲੀ ਇੱਥੋਂ ਬਲੌਕ ਕਰਤੀ? ਹੋਰ ਬਲੌਕ ਕਰਤੀ, ਹਾਲੀ ਤੇ ਹੋਰ ਹੋਊਗੀ, ਹਾਲੀ ਤੇ ਘੱਟ ਹੋਈ, ਹਾਲੀ ਹੋਰ ਹੋਊਗੀ, ਜੇ ਨਾ ਸੁਣਨਗੇ ਤੇ ਹੋਰ ਹੋਊਗੀ। ਹੋਰ ਵੀ ਕਿਸਾਨ ਪਿੱਛੇ ਆ ਰਹੇ ਨੇ, ਕਿਉਂਕਿ ਇਹ ਜਾ ਰਹੇ ਹੋਰ ਵੀ ਜਥੇਬੰਦੀਆਂ ਬਹੁਤ ਕਿਸਾਨ ਆ ਰਹੇ ਪਿੱਛੇ। ਹਾਂਜੀ, ਇਸ ਅੰਦੋਲਨ 'ਚ ਤੁਸੀਂ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਨਾਲ ਯੂਪੀ ਦਾ ਕਿਸਾਨ ਖੜਾ ਹੈ? ਹਾਂਜੀ ਬਿਲਕੁਲ ਜੀ, ਅਸੀਂ ਯੂਪੀ ਦਾ ਕਿਸਾਨ ਬਿਲਕੁਲ ਪੰਜਾਬ ਹਰਿਆਣਾ ਦੇ ਨਾਲ ਖੜਾ। ਸਾਨੂੰ ਨਾਲ ਇਹ ਕਿਹਾ ਜਾ ਰਿਹਾ ਵੀ ਯੂਪੀ ਤੋਂ ਕਿਸਾਨ ਨਹੀਂ ਆ ਰਿਹਾ, ਅਸੀਂ ਯੂਪੀ ਤੋਂ ਆਏ ਆ। ਹੋਰ ਵੀ ਵੇਖੋ ਕਿਸਾਨ ਜਿੰਨੇ ਆ ਰਹੇ ਆ, ਨਹਾਉਣ ਦਾ ਕਰਕੇ ਹਾਲੀ ਕਿਸਾਨ ਬਹੁਤ ਗੰਗਾ ਇਸ਼ਨਾਨ ਦਾ ਕਰਕੇ ਰੁਕੇ ਹੋਏ ਸੀ, ਹੁਣ ਕਿਸਾਨ ਬਹੁਤ ਤੁਰ ਪਿਆ, ਉੱਥੋਂ ਬਹੁਤ ਆ ਰਿਹਾ। ਬਾਰਡਰ ਸੀਲ ਆਟੋਮੈਟਿਕ ਹੋ ਜਾਣਾ, ਜਦੋਂ ਜਾਮ ਲੱਗ ਗਿਆ ਆਟੋਮੈਟਿਕ ਹੀ ਬਾਰਡਰ ਸੀਲ ਹੋ ਜਾਣਾ। ਮਤਲਬ ਜਦੋਂ ਤੱਕ ਬਿੱਲ ਵਾਪਸ ਨਹੀਂ ਹੁੰਦਾ ਤੁਸੀਂ ਨਹੀਂ ਜਾਣਾ? ਹਾਂਜੀ ਨਹੀਂ ਜੀ, ਅਸੀਂ 3 ਮਹੀਨੇ ਦਾ ਆਪਣਾ ਰਾਸ਼ਨ ਨਾਲ ਲੈ ਕੇ ਆਏ ਆ। 3 ਮਹੀਨੇ ਲੱਗਣ, 4 ਮਹੀਨੇ ਲੱਗਣ, 6 ਮਹੀਨੇ, ਜਿੰਨਾ ਵੀ ਲੱਗਣ ਟਾਈਮ ਲੱਗੂਗਾ, ਅਸੀਂ ਇੱਥੇ ਰਵਾਂਗੇ। ਬਾਕੀ ਦੇ ਵੀ ਆ ਰਹੇ ਨੇ? ਹਾਂਜੀ ਬਹੁਤ ਕਿਸਾਨ ਆ ਰਿਹਾ, ਕੱਲ ਤੱਕ ਬਹੁਤ ਜਾਮ ਲੱਗ ਜਾਣਾ ਇੱਥੇ। ਗੁਰਦੁਆਰਾ ਬੰਗਲਾ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਵਾਲ ਕਰਨ ਦੀ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੋਸ਼ਿਸ਼ ਕੀਤੀ, ਪਰ ਸਿਕਿਉਰਿਟੀ ਵੱਲੋਂ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਗਈ ਅਤੇ ਜੇਪੀ ਨੱਡਾ ਵੀ ਉਹਨਾਂ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਨੱਡਾ ਵੱਲੋਂ ਕਿਹਾ ਗਿਆ ਕਿ ਇਹ ਸਥਾਨ ਇਸ ਤਰ੍ਹਾਂ ਦੀ ਵਾਰਤਾਲਾਪ ਦਾ ਨਹੀਂ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜੇਪੀ ਨੱਡਾ ਨੂੰ ਕੁਝ ਕਿਸਾਨ ਆਗੂਆਂ ਵੱਲੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੱਖਾਂ ਦੇ ਹਿਸਾਬ ਤੇ ਸੰਗਤ, ਜਿਹੜੇ ਸਾਡੇ ਬੱਚੇ, ਸਾਡੀਆਂ ਮਾਈਆਂ, ਬਜ਼ੁਰਗ ਬੀਬੀਆਂ, ਜਿਨ੍ਹਾਂ ਤੋਂ ਟੁਰਿਆ ਨਹੀਂ ਜਾਂਦਾ, ਉੱਡ ਕੇ ਟੁਰਦੀਆਂ ਪਈਆਂ ਨੇ ਸੜਕਾਂ ਦੇ ਉੱਤੇ, ਲੱਖਾਂ ਦੇ ਹਿਸਾਬ ਤੇ ਬੈਠੇ ਨੇ। ਉੱਥੇ ਨਹੀਂ ਗੱਲ ਕਰਨ ਵਾਸਤੇ ਆ ਸਕਦੇ? ਗੁਰੂ ਸਾਹਿਬ ਦਾ ਆਸ਼ੀਰਵਾਦ ਉੱਥੇ ਵੀ ਲੈ ਸਕਦੇ ਹੋ। ਸਾਡੀਆਂ ਫਸਲਾਂ ਜਿਹੜੀਆਂ ਸੜਕਾਂ 'ਤੇ ਪਈਆਂ ਨੇ, ਘਰਾਂ 'ਚ ਪਈਆਂ, ਸਾਡੀਆਂ ਵਿਕਦੀਆਂ ਨੇ ਪਈਆਂ। ਜ਼ਿਮੀਂਦਾਰ ਦਾ, ਸਾਡਾ ਭਰਾਵਾਂ ਦਾ ਤੁਸੀਂ ਭਾਈਚਾਰਾ ਤੋੜ ਦਿੱਤਾ ਹੈ, ਤੇ ਗੁਰੂ ਘਰ ਤੁਸੀਂ ਆਸ਼ੀਰਵਾਦ ਲੈਂਦੇ ਪਏ ਹੋ। ਸਾਡੇ ਜਿਹੜੇ ਸਿੱਖ ਕੁਝ ਭਰਾ ਨੇ ਬੀਜੇਪੀ ਦੇ, ਜਾਂ ਲੀਡਰ, ਜਾਂ ਮੈਂ ਸਿੱਧੇ ਸ਼ਬਦਾਂ 'ਚ, ਉਹਨਾਂ ਨੂੰ ਸ਼ਰਮ ਨਹੀਂ ਹੈਗੀ। ਕਿਸਾਨਾਂ ਦਾ 5ਵੇਂ ਦਿਨ ਦਾ ਸੰਘਰਸ਼ ਵੀ ਪੂਰੇ ਜ਼ੋਰਾਂ ਤੇ ਚੱਲਿਆ। ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਕਿਸਾਨਾਂ ਨੇ ਸੰਘਰਸ਼ ਜਾਰੀ ਰੱਖਿਆ ਤੇ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਗਾ ਕੇ ਬੈਠੇ ਨੇ। ਕਿਸਾਨਾਂ ਦਾ ਇਹ ਸੰਘਰਸ਼ ਹੋਰ ਕਿੰਨਾ ਲੰਬਾ ਚੱਲਦਾ ਹੈ ਤੇ ਕੀ ਮੋੜ ਲੈ ਕੇ ਆਉਂਦਾ ਹੈ, ਜਾਣਨ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।